हाँ जी स्टूडेंट्स, जो नेक्स्ट टॉपिक है कैपेसिटेंस ऑफ ए पैरेलल प्लेट कैपेसिटर विद डाईइलैक्ट्रिक स्लैब बिटवीन दैम। ਤਾਂ ਆਪਾਂ ਕੀ ਆ ਇੱਕ ਪੈਰਲਲ ਪਲੇਟ ਕਪੈਸਿਟਰ ਲਵਾਂਗੇ ਜੋ ਆ ਲਿਆ ਮੈਂ, ਇੱਕ ਆ ਪਲੇਟ ਆ, ਇੱਕ ਆ ਪਲੇਟ ਆ, ਠੀਕ ਆ। ਉਹਦੇ ਵਿਚਾਲੇ ਕੀ ਰੱਖਾਂਗੇ, ਇੱਕ ਡਾਈ ਇਲੈਕਟ੍ਰਿਕ ਸਲੈਬ। ਡਾਈ ਇਲੈਕਟ੍ਰਿਕ ਆਪਾਂ ਕੱਲ ਪੜ੍ਹਿਆ ਸੀਗਾ ਪਿਛਲੀ ਵੀਡੀਓ ਦੇ ਵਿੱਚ, ਤਾਂ ਉਹਦਾ ਇੱਕ ਛੋਟਾ ਜਿਹਾ ਟੁਕੜਾ ਮਤਲਬ ਡਾਈ ਇਲੈਕਟ੍ਰਿਕ ਸਲੈਬ ਲਵਾਂਗੇ। ਤਾਂ ਫਿਰ ਦੇਖਾਂਗੇ ਵੀ ਉਹਦੀ ਕਪੈਸਿਟੈਂਸ 'ਤੇ ਕੋਈ ਅਸਰ ਪੈਂਦਾ ਕਿ ਨਹੀਂ ਪੈਂਦਾ, ਠੀਕ ਆ। ਕਪੈਸਿਟਰ ਦੀ ਕਪੈਸਿਟੈਂਸ 'ਤੇ ਕੋਈ ਅਸਰ ਨਹੀਂ ਪੈਂਦਾ, ਕਿਉਂਕਿ ਆਪਾਂ ਕੋਈ ਵੀ ਕੰਮ ਕਰਦੇ ਹਾਂ ਆਪਣਾ ਹਿਊਮਨਸ ਦਾ ਕੀ ਹੁੰਦਾ ਵੀ ਆਪਾਂ ਜੋ ਚੀਜ਼ ਆਪਣੀ ਕੋਲ ਹੈਗੀ ਹੈ, ਜਿਵੇਂ ਕਪੈਸਿਟਰ ਕੋਲ ਕੀ ਹੁੰਦੀ ਹੈ, ਕਪੈਸਿਟੈਂਸ ਮਤਲਬ ਉਹ ਆਪਦੇ ਆਪ ਵਿੱਚ ਕਿੰਨੀ ਕੁ ਇਲੈਕਟ੍ਰਿਕ ਐਨਰਜੀ ਨੂੰ ਸਟੋਰ ਕਰ ਸਕਦਾ। ਤਾਂ ਆਪਾਂ ਕੀ ਕਰਦੇ ਹਾਂ, ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਕੋਈ ਵੀ ਕਪੈਸਿਟਰ ਉਹਦੀ ਜਿਹੜੀ ਕਪੈਸਿਟੈਂਸ ਆ ਉਹ ਇਨਕਰੀਜ਼ ਹੋ ਜੇ। ਤਾਂ ਆਪਾਂ ਕੀ ਆ ਇਹਨੂੰ ਇਨਕਰੀਜ਼ ਕਰਨ ਦੇ ਲਈ ਇੱਕ ਕੀ ਆ ਡਾਈ ਇਲੈਕਟ੍ਰਿਕ ਸਲੈਬ ਰੱਖਿਆ ਇਹਦੇ ਵਿੱਚ। ਤਾਂ ਹੁਣ ਦੇਖਾਂਗੇ ਵੀ ਡਾਈ ਇਲੈਕਟ੍ਰਿਕ ਸਲੈਬ ਦੇ ਹੋਣ ਦੇ ਨਾਲ ਇਹਦੀ ਕਪੈਸਿਟੈਂਸ ਵਧੂਗੀ ਕਿ ਨਹੀਂ ਵਧੂਗੀ। ਤਾਂ ਥੋੜ੍ਹੀ ਬਹੁਤ ਥਿਊਰੀ ਲਿਖਣੀ ਆ। ਕੰਸੀਡਰ ਏ ਪੈਰਲਲ ਪਲੇਟ ਕਪੈਸਿਟਰ ਲਿਆ ਹੈਵਿੰਗ ਡਿਸਟੈਂਸ ਡੀ ਬਿਟਵੀਨ ਪਲੇਟਸ। ਤਾਂ ਆਹ ਦੋ ਪਲੇਟਸ ਆ, ਇੱਕ ਨੂੰ ਪਲੱਸ ਕਿਊ ਚਾਰਜ ਦਿੱਤਾ, ਇੱਕ ਨੂੰ ਮਾਈਨਸ ਕਿਊ ਚਾਰਜ ਦਿੱਤਾ। ਇਹ ਕਿਵੇਂ ਦਿੱਤਾ ਚਾਰਜ, ਤਾਂ ਆਪਾਂ ਨੂੰ ਪਤਾ ਵੀ ਆਪਾਂ ਬੈਟਰੀ ਲਾ ਕੇ ਇਹਨੂੰ ਸਟੋਰ ਕਰ ਚਾਰਜ ਨੂੰ ਇਹਨੂੰ ਕਪੈਸਿਟਰ ਨੂੰ ਚਾਰਜ ਕਰ ਸਕਦੇ ਹਾਂ। ਤਾਂ ਆਹ ਪੋਜ਼ਿਟਿਵ ਚਾਰਜ ਹੋ ਗਈ, ਪੋਜ਼ਿਟਿਵਲੀ ਚਾਰਜਡ ਪਲੇਟ ਹੋ ਗਈ, ਨੈਗੇਟਿਵਲੀ ਚਾਰਜ ਪਲੇਟ ਹੋ ਗਈ। ਇਹਨਾਂ ਪਲੇਟਾਂ ਦੇ ਵਿਚਾਲੇ ਡਿਸਟੈਂਸ ਕਿੰਨੀ ਹੈ, ਡੀ, ਤਾਂ ਜੋ ਮੈਂ ਲਿਖਿਆ। ਉਸ ਤੋਂ ਬਾਅਦ ਇਹਨਾਂ ਦੇ ਵਿਚਾਲੇ ਕੀ ਰੱਖਤਾ, ਇੱਕ ਡਾਈਇਲੈਕਟ੍ਰਿਕ ਸਲੈਬ। ਡਾਈਇਲੈਕਟ੍ਰਿਕ ਸਲੈਬ ਆ ਜਿਹੜੀ ਉਹਦੀ ਥਿਕਨੈਸ ਕੀ ਆ, ਟੀ, ਥਿਕਨੈਸ ਉਹਦੀ ਟੀ ਮਤਲਬ ਟੀ ਚੌੜਾ ਉਹ। ਇਹ ਦੋਵਾਂ ਪਲੇਟਾਂ ਦੇ ਵਿਚਾਲੇ ਰੱਖਤਾ। ਹੁਣ ਦੇਖੋ ਆਹ ਡਾਇਗਰਾਮ ਆ। ਤਾਂ ਸਭ ਤੋਂ ਪਹਿਲਾਂ ਆਹ ਭੁੱਲ ਜਾਓ ਵੀ ਆਪਾਂ ਡਾਈਇਲੈਕਟ੍ਰਿਕ ਸਲੈਬ ਰੱਖਿਆ, ਤਾਂ ਕਪੈਸਿਟੈਂਸ ਕੀ ਹੁੰਦੀ ਆ ਪੈਰਲਲ ਪਲੇਟ ਕਪੈਸਿਟਰ ਦੀ ਵਿਦਆਊਟ ਸਲੈਬ ਤੋਂ ਬਿਨਾਂ ਕਿੰਨੀ ਹੁੰਦੀ ਆ, ਆਪਾਂ ਪੜ੍ਹਿਆ ਸੀਗਾ ਏ ਐਪਸੀਲੋਨ ਡੀ। ਤਾਂ ਜਿਹੜੀ ਕਪੈਸਿਟੈਂਸ ਆ ਕੀ 'ਤੇ ਡਿਪੈਂਡ ਕਰਦੀ ਆ, ਆਪ ਜਿਹੜਾ ਪਲੇਟ ਆ ਉਹਦਾ ਏਰੀਆ, ਇਹਨਾਂ ਦੇ ਵਿਚਾਲੇ ਡਿਸਟੈਂਸ ਅਤੇ ਐਪਸੀਲੋਨ ਮਤਲਬ ਉਹ ਕਿਹੜੀ ਜਗ੍ਹਾ 'ਤੇ ਰੱਖਿਆ, ਉਹ ਸਪੇਸ ਦੀ ਪਰਮਿਟੀਵਿਟੀ, ਠੀਕ ਆ, ਉਹ 'ਤੇ ਡਿਪੈਂਡ ਕਰਦੀ ਆ। ਆਪਾਂ ਇਹਨੂੰ ਸੀ ਨੋਟ ਲੈ ਲੈਂਦੇ ਹਾਂ ਵਿਦਆਊਟ ਸਲੈਬ। ਲੇਕਿਨ ਹੁਣ ਕੀ ਕੀਤਾ ਆਪਾਂ, ਸਲੈਬ ਨੂੰ ਜਦੋਂ ਰੱਖਿਆ ਵਿੱਚ, ਤਾਂ ਸਲੈਬ ਰੱਖਣ ਦੇ ਕਾਰਨ ਦੇਖੋ, ਸਭ ਤੋਂ ਪਹਿਲਾਂ ਜੇ ਸਲੈਬ ਨਹੀਂ ਰੱਖਦੇ ਸੀ ਤਾਂ ਕਿੰਨੀ ਇਲੈਕਟ੍ਰਿਕ ਫੀਲਡ ਆ ਰਹੀ ਸੀ। ਤਾਂ ਇਲੈਕਟ੍ਰਿਕ ਫੀਲਡ ਕਿੰਨੀ ਆ ਰਹੀ ਸੀ, ਵੇਖੋ ਈ ਨੋਟ। ਪੋਜ਼ਿਟਿਵ ਚਾਰਜ ਪੋਜ਼ਿਟਿਵ ਤੋਂ ਸਟਾਰਟ ਹੋ ਰਹੀ ਸੀ, ਪੋਜ਼ਿਟਿਵ ਪਲੇਟ ਤੋਂ ਤਾਂ ਨੈਗੇਟਿਵ ਪਲੇਟ ਵੱਲ ਨੂੰ ਜਾ ਰਹੀ ਸੀ। ਤਾਂ ਈ ਨੋਟ ਕੀ ਸੀਗੀ, ਇਲੈਕਟ੍ਰਿਕ ਫੀਲਡ ਪੈਦਾ ਹੋ ਰਹੀ ਸੀ ਇਹ ਸਾਰੀ ਜਗ੍ਹਾ ਦੇ ਵਿੱਚ। ਲੇਕਿਨ ਹੁਣ ਮੈਂ ਕੀ ਕਰਤਾ, ਇਸ ਜਗ੍ਹਾ ਦੇ ਵਿੱਚ ਕੀ ਆ, ਇੱਕ ਡਾਈ ਇਲੈਕਟ੍ਰਿਕ ਰੱਖਤਾ। ਡਾਈ ਇਲੈਕਟ੍ਰਿਕ ਦੇ ਵਿੱਚ ਆਪਾਂ ਨੂੰ ਪਤਾ ਪੋਜ਼ਿਟਿਵ ਚਾਰਜ ਵੀ ਹੁੰਦੇ ਆ, ਨੈਗੇਟਿਵ ਚਾਰਜ ਵੀ ਹੁੰਦੇ ਆ। ਤਾਂ ਕੀ ਹੋਊਗੀ ਬੱਚੋ, ਪੋਲਰਾਈਜੇਸ਼ਨ ਕਿਉਂ ਹੁੰਦੀ ਆ, ਆਪਾਂ ਪੜ੍ਹਿਆ ਸੀ ਪਿਛਲੀ ਵੀਡੀਓ ਦੇ ਵਿੱਚ ਵੀ ਜਦੋਂ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਦੇ ਹਾਂ ਕਿਸੇ ਵੀ ਡਾਈ ਇਲੈਕਟ੍ਰਿਕ ਨੂੰ, ਭਾਵੇਂ ਉਹ ਨੋਨ ਪੋਲਰ ਹੀ ਹੋਵੇ, ਤਾਂ ਉਹਦੀ ਪੋਲਰਾਈਜੇਸ਼ਨ ਹੋ ਜਾਂਦੀ ਹੈ। ਪੋਲਰਾਈਜੇਸ਼ਨ ਦਾ ਮਤਲਬ ਕੀ ਆ, ਜਿੰਨੇ ਵੀ ਇਸ ਡਾਈ ਇਲੈਕਟ੍ਰਿਕ ਦੇ ਵਿੱਚ ਪੋਜ਼ਿਟਿਵ ਚਾਰਜ ਹੋ ਜਾਣਗੇ ਉਹ ਕਿੱਧਰ ਨੂੰ ਜਾ ਵੜਨਗੇ, ਇਸ ਪਲੇਟ ਵੱਲ ਨੂੰ, ਨੈਗੇਟਿਵ ਵੱਲ ਨੂੰ, ਕਿਉਂਕਿ ਪੋਜ਼ਿਟਿਵ ਅਤੇ ਨੈਗੇਟਿਵ ਚਾਰਜ ਇੱਕ ਦੂਜੇ ਨੂੰ ਅਟਰੈਕਟ ਕਰਦੇ ਆ। ਤਾਂ ਪੋਜ਼ਿਟਿਵ ਚਾਰਜ ਸਾਰੇ ਇਸ ਕਿਨਾਰੇ 'ਤੇ ਆ ਗਏ, ਅਤੇ ਜਿਹੜੇ ਨੈਗੇਟਿਵ ਚਾਰਜ ਸੀਗੇ ਡਾਈਇਲੈਕਟ੍ਰਿਕ ਦੇ ਵਿੱਚ ਉਹ ਇੱਧਰ ਨੂੰ ਆ ਗਏ, ਉਹ ਜਿਹੜੇ ਆ ਪਲੇਟ ਪੋਜ਼ਿਟਿਵ ਪਲੇਟ ਵੱਲ ਨੂੰ ਉਹਦੇ ਵੱਲ ਨੂੰ ਅਟਰੈਕਟ ਹੋ ਗਏ, ਠੀਕ ਆ। ਤਾਂ ਨੈਗੇਟਿਵ ਚਾਰਜ ਇੱਕ ਪਾਸੇ ਇਕੱਠੇ ਹੋ ਗਏ, ਪੋਜ਼ਿਟਿਵ ਚਾਰਜ ਇੱਕ ਪਾਸੇ ਇਕੱਠੇ ਹੋ ਗਏ। ਤਾਂ ਅੰਦਰਲੇ ਪਾਸੇ ਵੀ ਇੱਕ ਕੀ ਆ ਗਈ, ਇਲੈਕਟ੍ਰਿਕ ਫੀਲਡ ਪੈਦਾ ਹੋ ਜਾਊਗੀ ਸਲੈਬ ਦੇ ਅੰਦਰ। ਉਹਦੀ ਡਾਇਰੈਕਸ਼ਨ ਕੀ ਹੋਊਗੀ, ਪੋਜ਼ਿਟਿਵ ਤੋਂ ਨੈਗੇਟਿਵ ਹੁੰਦੀ ਆ, ਤਾਂ ਉਹਦੀ ਡਾਇਰੈਕਸ਼ਨ ਆ ਰਹੀ ਤੁਹਾਡੀ ਆਹ ਪੋਜ਼ਿਟਿਵ ਤੋਂ ਨੈਗੇਟਿਵ। ਤਾਂ ਇਹਨੂੰ ਨਾਂ ਦੇਵਾਂਗੇ ਇਸ ਇਲੈਕਟ੍ਰਿਕ ਫੀਲਡ ਨੂੰ ਈਪੀ ਮਤਲਬ ਇਹ ਇਲੈਕਟ੍ਰਿਕ ਫੀਲਡ ਪੋਲਰਾਈਜੇਸ਼ਨ ਦੇ ਕਾਰਨ ਪੈਦਾ ਹੋਈ ਆ। ਪੋਲਰਾਈਜੇਸ਼ਨ ਮਤਲਬ ਪੋਜ਼ਿਟਿਵ ਅਤੇ ਨੈਗੇਟਿਵ ਚਾਰਜ ਜਦੋਂ ਅਲੱਗ-ਅਲੱਗ ਹੋ ਗਏ। ਤਾਂ ਹੁਣ ਅੰਦਰਲੇ ਪਾਸੇ ਆ ਜਿਹੜੀ ਈ ਨੋਟ ਆ ਉਹ ਵੀ ਅੰਦਰਲੇ ਪਾਸੇ ਜਾ ਰਹੀ ਆ, ਲੇਕਿਨ ਉਹ ਕੀ ਆ, ਸਟਰੋਂਗ ਆ ਈਪੀ ਕੀ ਆ, ਘੱਟ। ਤਾਂ ਈਪੀ ਦੀ ਡਾਇਰੈਕਸ਼ਨ ਵੀ ਉਲਟਾ। ਤਾਂ ਜਿਹੜੇ ਅੰਦਰਲੇ ਪਾਸੇ ਇਲੈਕਟ੍ਰਿਕ ਫੀਲਡ ਹੋਊਗੀ ਉਹ ਕੀ ਹੋਊਗੀ, ਈ, ਉਹਨੂੰ ਆਪਾਂ ਕੱਲੀ ਈ ਨਾਲ ਡਿਨੋਟ ਕਰਾਂਗੇ। ਤਾਂ ਦੇਖੋ ਅੰਦਰਲੇ ਪਾਸੇ ਨੈਟ ਇਲੈਕਟ੍ਰਿਕ ਫੀਲਡ ਇਨਸਾਈਡ ਦਾ ਸਲੈਬ ਆਫ ਥਿਕਨੈਸ ਟੀ, ਇੱਥੇ ਆਪਾਂ ਟੀ ਲੈਸ ਦੈਨ ਡੀ ਲਿਆ, ਮਤਲਬ ਟੀ ਥਿਕਨੈਸ ਕੀ ਆ, ਘੱਟ ਆ ਜਿਹੜੀ ਡਿਸਟੈਂਸ ਕੀ ਆ, ਜ਼ਿਆਦਾ। ਤਾਂ ਕਿੰਨੀ ਅੰਦਰਲੇ ਪਾਸੇ ਇਲੈਕਟ੍ਰਿਕ ਫੀਲਡ ਰਹਿ ਗਈ ਬੱਚੋ, ਅੰਦਰਲੇ ਪਾਸੇ ਈ ਨੋਟ ਵੀ ਆ, ਈਪੀ ਵੀ ਆ, ਲੇਕਿਨ ਉਲਟ ਡਾਇਰੈਕਸ਼ਨ 'ਚ ਆ। ਤਾਂ ਅੰਦਰਲੇ ਪਾਸੇ ਜਿਹੜੀ ਇਲੈਕਟ੍ਰਿਕ ਫੀਲਡ ਤੁਹਾਡੇ ਕੋਲ ਰਹੀ ਨਾ, ਉਹ ਕਿੰਨੀ ਰਹੀ, ਈ ਨੋਟ ਦੇ ਵਿੱਚੋਂ ਈਪੀ ਮਾਈਨਸ ਕਰਕੇ, ਠੀਕ ਆ। ਮਤਲਬ ਈ ਨੋਟ ਦੇ ਵਿੱਚੋਂ ਈਪੀ ਮਾਈਨਸ ਕਰਾਂਗੇ, ਈਪੀ ਆਪਾਂ ਸਮੋਲ ਮੰਨੀ ਆ ਪੋਲਰਾਈਜੇਸ਼ਨ ਦੇ ਕਾਰਨ, ਤਾਂ ਜਿੰਨੀ ਮਾਈਨਸ ਕਰਕੇ ਰਹਿ ਜੂਗੀ ਅੰਦਰਲੇ ਪਾਸੇ ਨੈਟ ਰਹਿ ਗਈ।
मतलब EP ने कुछ इलैक्ट्रिक फील्ड ਨੂੰ ਇਹਨੂੰ E नॉट ਨੂੰ ਕੈਂਸਲ ਆਊਟ ਕਰਤਾ, ਪਿੱਛੇ ਜਿੰਨੀ ਰਹਿ ਗਈ ਉਹ ਨੈਟ ਇਲੈਕਟ੍ਰਿਕ ਫੀਲਡ ਹੈ। ਹੁਣ ਅੱਗੇ ਇਹ ਇਲੈਕਟ੍ਰਿਕ ਫੀਲਡ ਹੁਣ ਕਿੰਨੀ ਰਹੀ E, ਤਾਂ ਇਹਨੂੰ ਕੱਢਣ ਦਾ ਇੱਕ ਤਰੀਕਾ ਹੁੰਦਾ ਬੱਚੇ, ਕੋਈ ਵੀ ਤੁਹਾਡਾ ਡਾਈਲੈਕਟ੍ਰਿਕ ਹੁੰਦਾ ਨਾ ਉਹਦਾ ਡਾਈਲੈਕਟ੍ਰਿਕ ਕਾਂਸਟੈਂਟ ਹੁੰਦਾ ਇੱਕ। ਡਾਈਲੈਕਟ੍ਰਿਕ ਕਾਂਸਟੈਂਟ ਦਾ ਮਤਲਬ ਕੀ ਆ, ਉਹਨੂੰ ਆਪਾਂ ਡਾਈਲੈਕਟ੍ਰਿਕ ਕਾਂਸਟੈਂਟ ਨੂੰ K ਨਾਲ ਡਿਨੋਟ ਕਰਦੇ ਹਾਂ। ਤਾਂ ਕੋਈ ਵੀ ਤੁਹਾਡੇ ਕੋਲ ਡਾਈਲੈਕਟ੍ਰਿਕ ਹੋਵੇ ਉਹਦਾ ਕੀ ਹੁੰਦਾ ਇੱਕ ਡਾਈਲੈਕਟ੍ਰਿਕ ਕਾਂਸਟੈਂਟ, ਉਹਨੂੰ ਆਪਾਂ K ਲੈਂਦੇ ਹਾਂ। ਇਹ ਡਾਈਲੈਕਟ੍ਰਿਕ ਕਾਂਸਟੈਂਟ ਕੀ ਹੁੰਦਾ, ਦੇਖੋ ਜਿੰਨਾ ਇਹਦਾ ਡਾਈਲੈਕਟ੍ਰਿਕ ਕਾਂਸਟੈਂਟ ਹੋਊਗਾ ਨਾ ਉਹਨੇ ਗੁਣਾ ਜਿਹੜੀ ਅੰਦਰਲੇ ਪਾਸੇ ਇਲੈਕਟ੍ਰਿਕ ਫੀਲਡ ਕੀ ਆ ਘਟ ਜਾਊਗੀ। ਜਿਵੇਂ ਕਿ ਅੰਦਰਲੇ ਪਾਸੇ ਇਲੈਕਟ੍ਰਿਕ ਫੀਲਡ ਕੀ ਆ E, ਲੇਕਿਨ ਟੋਟਲ ਕਿੰਨੀ ਆ ਰਹੀ ਸੀ ਇਹਦੇ ਵਿੱਚੋਂ E नॉट डिवाइड बाय K, मतलब डिवाइड बाय K मतलब डाइलैक्ट्रिक कांस्टेंट जिन्ना भी ਇਹਦਾ ਹੋਊਗਾ ਉਨੀ ਕੀ ਆ ਇਹ ਆ ਪੋਲਰਾਈਜੇਸ਼ਨ ਪੈਦਾ ਕਰ ਜੂਗੀ। ਤਾਂ ਆ ਤੁਹਾਡੇ ਕੋਲ ਇੱਕ ਨਵਾਂ ਫਾਰਮੂਲਾ, ਮਤਲਬ ਜਿਹੜੀ ਅੰਦਰਲੇ ਪਾਸੇ ਇਲੈਕਟ੍ਰਿਕ ਫੀਲਡ ਪੈਦਾ ਹੋ ਜੂਗੀ ਨੈਟ ਇਲੈਕਟ੍ਰਿਕ ਫੀਲਡ, ਉਹਦਾ ਸਿੱਧਾ ਹੀ ਫਾਰਮੂਲਾ E नॉट बाय K। E नॉट मतलब ਜਿਹੜੀ ਜਾ ਰਹੀ ਸੀ ਪਹਿਲਾਂ ਤੇ K ਜਿੰਨਾ ਇਹਦਾ ਡਾਈਲੈਕਟ੍ਰਿਕ ਕਾਂਸਟੈਂਟ ਆ, ਉਹ ਡਾਈਲੈਕਟ੍ਰਿਕ ਕਾਂਸਟੈਂਟ ਜਿੰਨਾ ਜ਼ਿਆਦਾ ਹੋਊਗਾ, ਕਿਉਂਕਿ K ਦੀ ਵੈਲਿਊ ਜਿੰਨੀ ਜ਼ਿਆਦਾ ਹੋਊਗੀ ਉਨੀ ਹੀ ਇਹ E नॉट ਨੂੰ ਜ਼ਿਆਦਾ ਨਾਲ ਡਿਵਾਈਡ ਹੋਊਗੀ, ਤਾਂ ਉਨੀ ਹੀ ਜ਼ਿਆਦਾ ਅੰਦਰਲੇ ਪਾਸੇ ਇਲੈਕਟ੍ਰਿਕ ਫੀਲਡ ਘੱਟ ਹੋਊਗੀ। ਤਾਂ ਮਤਲਬ ਇਹ ਹੁੰਦਾ ਡਾਈਲੈਕਟ੍ਰਿਕ ਕਾਂਸਟੈਂਟ, ਠੀਕ ਆ। ਜਿਵੇਂ ਸਪੋਜ਼ ਕਰੋ ਡਾਈਲੈਕਟ੍ਰਿਕ ਕਾਂਸਟੈਂਟ 1 ਆ, ਤਾਂ ਇੱਥੇ 1 ਭਰਿਆ E ਬਰਾਬਰ E नॉट, ਤਾਂ ਅੰਦਰਲੇ ਪਾਸੇ E ਵੀ ਉਨੀ ਤੇ ਬਾਹਰਲੇ ਪਾਸੇ E नॉट ਵੀ ਉਨੀ। ਇਹਦਾ ਮਤਲਬ ਕੀ ਆ ਵੀ ਅੰਦਰਲੇ ਪਾਸੇ ਜਿਹੜੀ ਨੈਟ ਇਲੈਕਟ੍ਰਿਕ ਫੀਲਡ ਆ ਉਹ ਇਹਦੇ ਬਰਾਬਰ E नॉट ਦੇ, ਮਤਲਬ ਆ ਜਿਹੜੀ EP ਆ ਉਹ ਪੈਦਾ ਹੀ ਨਹੀਂ ਹੋਈ ਪੋਲਰਾਈਜੇਸ਼ਨ। ਤਾਂ ਡਾਈਲੈਕਟ੍ਰਿਕ ਕਾਂਸਟੈਂਟ ਹਮੇਸ਼ਾ ਹੀ ਇੱਕ ਤੋਂ ਜ਼ਿਆਦਾ ਹੁੰਦਾ, ਕਿਉਂਕਿ ਅੰਦਰਲੇ ਪਾਸੇ ਕੁਛ ਨਾ ਕੁਛ ਇਲੈਕਟ੍ਰਿਕ ਪੋਲਰਾਈਜੇਸ਼ਨ EP ਪੈਦਾ ਹੁੰਦੀ ਆ, ਉਹਦੇ ਕਾਰਨ E नॉट ਦੇ ਵਿੱਚੋਂ ਕੁਛ ਕੁ ਵੈਲਿਊ ਘਟ ਜਾਂਦੀ ਹੈ। ਤਾਂ ਫਾਰਮੂਲਾ ਯਾਦ ਰੱਖ ਲਿਓ। ਉਦੋਂ ਆਪਣੇ ਕੋਲੇ ਪੋਟੈਂਸ਼ੀਅਲ ਡਿਫਰੈਂਸ ਦਾ ਫਾਰਮੂਲਾ ਹੁੰਦਾ ਬਿਟਵੀਨ ਟੂ ਪਲੇਟਸ। ਹਾਂ, ਦੋ ਪਲੇਟਾਂ ਇੱਕ ਪੋਜ਼ਿਟਿਵ ਇੱਕ ਨੈਗੇਟਿਵ, ਤੇ ਇਹਨਾਂ ਦੇ ਵਿਚਾਲੇ ਪੋਟੈਂਸ਼ੀਅਲ ਡਿਫਰੈਂਸ ਪੈਦਾ ਹੋ ਗਿਆ। ਪੋਟੈਂਸ਼ੀਅਲ ਡਿਫਰੈਂਸ ਕਿੰਨਾ ਪੈਦਾ ਹੋਇਆ, ਤਾਂ ਇਹ ਫਾਰਮੂਲਾ ਕੀ ਆ ਬੱਚੋ ਪੋਟੈਂਸ਼ੀਅਲ ਡਿਫਰੈਂਸ ਦਾ, ਦੇਖੋ V ਇਜ਼ ਇਕੁਅਲ ਟੂ ਆਪਣੇ ਕੋਲੇ ਕੀ ਹੁੰਦਾ ਪੋਟੈਂਸ਼ੀਅਲ ਡਿਫਰੈਂਸ ਦਾ ਵਰਕ ਅਪੋਨ ਚਾਰਜ। ਆਪਾਂ ਪੜ੍ਹਿਆ ਪਿਛਲੇ ਚੈਪਟਰ ਦੇ ਵਿੱਚ ਪੋਟੈਂਸ਼ੀਅਲ ਹੁੰਦਾ ਵਰਕ ਅਪੋਨ ਚਾਰਜ। ਵਰਕ ਕੀ ਹੁੰਦਾ ਫੋਰਸ ਇਨਟੂ ਡਿਸਪਲੇਸਮੈਂਟ ਓਵਰ ਕਿਉ, ਉਵੇਂ ਵਰਕ ਦੇਗਾ ਫੋਰਸ ਇਨਟੂ ਡਿਸਪਲੇਸਮੈਂਟ। ਫੋਰਸ ਕੀ ਹੁੰਦਾ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੇ, ਤੁਸੀਂ ਜੇ ਟਰਮ ਤੇ ਲਿਖਣਾ ਤਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕੀ ਹੁੰਦੀ ਆ ਫੋਰਸ ਅਪੋਨ ਚਾਰਜ। ਤਾਂ ਇਹ ਚੋਂ ਆਪਣੇ ਕੋਲੇ F ਦੀ ਵੈਲਿਊ ਕੱਢ ਲਓ ਤਾਂ ਕੀ ਆ ਜਾਊਗਾ QE, ਤਾਂ F ਦੀ ਵੈਲਿਊ QE D ਅਪੋਨ Q ਨਾ Q ਕੈਂਸਲ ਆਊਟ, ਤਾਂ V ਕਿਹਦੇ ਬਰਾਬਰ ਹੈਗਾ ED ਦੇ। ਤਾਂ ਫਾਰਮੂਲਾ ਪੋਟੈਂਸ਼ੀਅਲ ਡਿਫਰੈਂਸ ਦਾ V ਇਜ਼ ਇਕੁਅਲ ਟੂ ED। ਹੁਣ ਦੇਖੋ ਆਪਾਂ ਇੱਥੇ ਆ ਪੋਟੈਂਸ਼ੀਅਲ ਡਿਫਰੈਂਸ ਲਈ ਫਾਰਮੂਲਾ ਯੂਜ਼ ਕੀਤਾ ED। ਹੁਣ ਪ੍ਰੋਬਲਮ ਕੀ ਆ ਵੀ ਇੱਥੇ ਆਪਣੇ ਕੋਲੇ ਦੋ ਜਗ੍ਹਾ, ਇੱਕ ਜਗ੍ਹਾ ਆਪਣਾ ਪਲੇਟਸ ਦੇ ਵਿਚਾਲੇ ਆ ਜਿਹੜੀ ਜਗ੍ਹਾ ਜਿੱਥੇ ਕਿ ਸਲੈਬ ਹੈ ਨਹੀਂ ਗੀ, ਆਹ ਜਗ੍ਹਾ ਜਿੱਥੇ ਸਲੈਬ ਹੈਗੀ ਆ, ਤਾਂ ਆਪਾਂ ਨੂੰ ਟੋਟਲ ਪੋਟੈਂਸ਼ੀਅਲ ਡਿਫਰੈਂਸ ਵੇਖੋ ਕਿਵੇਂ ਪਤਾ ਕਰਨਾ ਹੋਊਗਾ। ਪਹਿਲਾਂ ਜਿੱਥੇ ਕਿ ਡਾਈਲੈਕਟ੍ਰਿਕ ਸਲੈਬ ਹੈ ਨਹੀਂ ਗੀ ਤਾਂ ਉੱਥੇ ਇਲੈਕਟ੍ਰਿਕ ਫੀਲਡ ਕਿੰਨੀ ਆ, ਆਹ ਜਗ੍ਹਾ ਤੇ ਇਲੈਕਟ੍ਰਿਕ ਫੀਲਡ E नॉट ਹੀ ਆ, ਠੀਕ ਆ, ਕਿਉਂਕਿ ਇੱਥੇ ਕਿਹੜਾ ਪੋਲਰਾਈਜੇਸ਼ਨ ਦੇ ਕਾਰਨ ਉਹ ਘਟੀ ਆ ਇਲੈਕਟ੍ਰਿਕ ਫੀਲਡ। ਤਾਂ ਬਾਹਰਲੇ ਪਾਸੇ E नॉट ਤੇ ਆਹ ਏਰੀਆ ਕਿੰਨਾ ਹੋ ਗਿਆ, ਆਹ ਟੋਟਲ ਏਰੀਆ D ਆ, ਵਿੱਚ T ਥਿਕਨੈਸ ਪਈ ਆ, ਤੇ ਆਹ ਏਰੀਆ ਕਿੰਨਾ ਰਹਿ ਗਿਆ ਟੋਟਲ D ਚੋਂ T ਘਟਾ ਦਾਂ ਤਾਂ ਪਿੱਛੇ ਖਾਲੀ ਜਗ੍ਹਾ ਰਹਿ ਗਈ। ਤਾਂ ਦੇਖੋ E नॉट ਨੂੰ D ਮਾਈਨਸ T ਨਾਲ ਮਲਟੀਪਲਾਈ ਕਰਾਇਆ, ਕਿਉਂਕਿ ਫਾਰਮੂਲਾ ਕੀ ਸੀ E ਇੰਟੂ D। E ਕੀ ਆ ਬਾਹਰਲੇ ਪਾਸੇ E नॉट ਤੇ ਡਿਸਟੈਂਸ ਕਿੰਨੀ ਆ ਖਾਲੀ ਜਗ੍ਹਾ 'ਚ D ਮਾਈਨਸ T ਪਲੱਸ ਉਹਦੇ 'ਚ ਪਲੱਸ ਕਰਾਂਗੇ ਅੰਦਰਲੇ ਪਾਸੇ। ਹੁਣ ਅੰਦਰਲੇ ਪਾਸੇ ਇਲੈਕਟ੍ਰਿਕ ਫੀਲਡ ਕਿੰਨੀ ਰਹਿ ਗਈ ਨੈਟ E ਰਹਿ ਗਈ, ਠੀਕ ਆ। E ਕਿਵੇਂ ਰਹੀ ਵੀ EP ਚੋਂ E नॉट ਚੋਂ EP ਘਟਾ ਕੇ ਜਿੰਨੀ ਵੀ ਰਹਿ ਗਈ E, ਅੰਦਰਲੇ ਪਾਸੇ ਇਲੈਕਟ੍ਰਿਕ ਫੀਲਡ ਆ ਤੇ ਇਹਦੀ ਥਿਕਨੈਸ ਕਿੰਨੀ ਆ T। ਤਾਂ ਆਹ ਫਾਰਮੂਲੇ 'ਚ E ਰਹਿ ਗਈ ਇੰਟੂ D ਕੀ ਆ T ਆ ਗਈ, ਤਾਂ ਪਲੱਸ ਕੀ ਆ E ਇੰਟੂ T। ਤਾਂ ਆ ਗਈ ਤੁਹਾਡੀ ਟੋਟਲ ਪੋਟੈਂਸ਼ੀਅਲ ਡਿਫਰੈਂਸ, ਆਹ ਖਾਲੀ ਜਗ੍ਹਾ ਤੇ ਆਹ ਸਲੈਬ ਵਾਲੀ ਜਗ੍ਹਾ। ਅੱਗੇ ਬੱਚੋ ਆਪਾਂ ਮੈਂ ਕੀਤਾ ਜਿਹੜੀ ਆ E ਆ ਆਪਣੇ ਕੋਲ ਆ ਇਲੈਕਟ੍ਰਿਕ ਫੀਲਡ ਦੀ ਆਪਾਂ ਵੈਲਿਊ ਕੱਢੀ ਆ, ਨੈਟ ਇਲੈਕਟ੍ਰਿਕ ਫੀਲਡ ਦੀ ਵੀ ਕੀ ਹੁੰਦੀ ਆ ਅੰਦਰਲੇ ਪਾਸੇ ਨੈਟ ਇਲੈਕਟ੍ਰਿਕ ਫੀਲਡ ਵੀ ਜਿੰਨਾ ਉਹ ਕਾਂਸਟੈਂਟ ਹੋਵੇ ਡਾਈਲੈਕਟ੍ਰਿਕ ਕਾਂਸਟੈਂਟ ਉਹਦਾ K ਲਿਆ, ਤਾਂ ਉਹਨੇ ਨਾਲ ਕੀ ਆ ਜਿਹੜੀ ਟੋਟਲ ਇਲੈਕਟ੍ਰਿਕ ਫੀਲਡ ਹੁੰਦੀ ਆ ਉਹ ਡਿਵਾਈਡ ਹੋ ਜਾਂਦੀ ਆ K, ਮਤਲਬ ਡਾਈਲੈਕਟ੍ਰਿਕ ਕਾਂਸਟੈਂਟ ਉਹਦੇ ਨਾਲ ਡਿਵਾਈਡ ਹੋ ਜਾਂਦਾ E नॉट बाय K। ਤਾਂ E ਦੀ ਹੈਗਾ ਕੀ ਭਰਿਆ E नॉट बाय K, ਆਹ ਦੇਖੋ E ਦੀ ਹੈਗਾ E नॉट बाय K। ਤਾਂ ਭਰ ਕੇ ਇਹਨਾਂ 'ਚ ਦੇਖੋ E नॉट ਕਾਮਨ ਆ ਗਿਆ, E नॉट ਕਾਮਨ ਆ ਗਿਆ, ਇੱਥੇ ਰਹਿ ਗਿਆ D ਮਾਈਨਸ T ਪਲੱਸ ਇਹ 'ਚੋਂ ਕੀ ਰਹਿ ਗਿਆ, ਆ ਤਾਂ E नॉट ਨਿਕਲ ਗਿਆ T बाय K। ਹੁਣ
ਈ ਨੋਟ ਹੁੰਦੀ ਕੀ ਆ, ਇਲੈਕਟ੍ਰਿਕ ਫੀਲਡ, ਟੋਟਲ ਇਲੈਕਟ੍ਰਿਕ ਫੀਲਡ। ਆਪਾਂ ਗੌਸ ਥਿਊਰਮ ਦੇ ਵਿੱਚ ਪੜ੍ਹਿਆ ਵੀ ਜਦੋਂ ਵੀ ਇੱਕ ਕੋਈ ਪੈਰਲਲ ਪਲੇਟ ਜਾਂ ਇੱਕ ਹੀ ਕੋਈ ਪਲੇਟ ਹੋਵੇ ਤਾਂ ਉਹਦੀ ਹੁੰਦੀ ਆ सिग्मा बाय 2 एप्सिलॉन, लेकिन इसकी दो प्लेट है, एक पॉजिटिव प्लेट है एक नेगेटिव प्लेट, तो टोटल इलेक्ट्रिक फील्ड कितनी आ जाऊ सिग्मा बाय 2 एप्सिलॉन एक दी प्लस सिग्मा बाय 2 एप्सिलॉन दोनों, तो दोनों प्लस करके क्या आ गया सिग्मा बाय एप्सिलॉन। तो आ फॉर्मूला सीधा ही भी इलैक्ट्रिक फील्ड की है दोवां प्लेट्स के कारण इन्नी है सिग्मा बाय एप्सिलॉन। सिग्मा की है सरफेस चार्ज डेंसिटी आप पहला कर चुके हैं, की होंदा चार्ज पाउंड एरिया क्यू बाय ए। हाँ तो आ क्यों सिग्मा देगा क्यू बाय ए भरिया आ एप्सिलॉन होवी तो क्यू बाय ए एप्सिलॉन, तो आ जी ई नॉट आ ਉਹਦੀ ਹੈਗਾ ਵੀ ਤੁਸੀਂ ਭਰ ਦੇਣਾ क्यू बाय ए एप्सिलॉन। ठीक है, मतलब दोनों ई की वैल्यू ई ਇਹਦੀ ਹੈਗਾ ਵੀ ई ਭਰੀ ਸੀ ਆਪਾਂ ਤੇ ਆ ई नॉट देगा भी आ वैल्यू भरी आ ਤਾਂ ਜਿਹੜੀ ਭਰੀ ਸੀ नॉट बाय के ई ਦੀ ਹੈਗਾ ਭਰੀ ਸੀ ਤੇ ਆ ਜਿਹੜੀ ई नॉट ਦੀ ਹੈਗਾ ਭਰਾਂਗੇ ਆਪਾਂ ਆ सिग्मा एप्सिलॉन, सिग्मा की वैल्यू आ क्यू बाय ए एप्सिलॉन, तो क्यू बाय ए एप्सिलॉन भरिया डी माइनस टी प्लस टी बाय के। हुण जिहड़ी कैपेसिटेंस हुंदी है कैपेसिटर की फॉर्मूला जिहड़ा कैपेसिटेंस दा कहंदा क्यू बाय बी, अपने कोले क्यू बाय सी भी हुंदा, ठीक है, तो सी हुंदा क्यू बाय बी, कैपेसिटेंस ही कढनी है। क्यू उवें जिहड़ी वी की वैल्यू आपां कढ चुके पोटेंशियल, तो वैल्यू भर दिओ क्यू उवें वी की वैल्यू भरी क्यू बाय ए एप्सिलॉन डी माइनस टी प्लस टी बाय के। क्यू ना क्यू कैंसिल आउट, आ जिहड़ा ए एप्सिलॉन आ डिवाइड हो रहा उपर जाके मल्टीप्लाई ए एप्सिलॉन ओवर डी माइनस टी प्लस टी बाय के। ठीक है, हुण इहदे च वेखो डी कॉमन कड्डो, डी किवें कॉमन कड्डोगे, इहदे नाल भी डी मल्टीप्लाई कराई इहदे नाल भी डी मल्टीप्लाई कराई ते डी ही डिवाइड कराई, कोई फर्क नहीं पैना कॉमन कड्ढण वास्ते। तो इहदे चों डी कॉमन कड्ढिया तो इहदी हैगा डी कल्ली दी आ 1 आ गया, इहदे चों कड्ढिया तो डी आ गई तो टी बाय डी रह गया, इहदे चों डी कड्ढी टी बाय डी के रह गया। ये क्यों कड्ढी डी आप दे लो क्योंकि आपां नूं आ फॉर्मूला चाहिदा सी। वेखो ए एप्सिलॉन बाय डी किहदे बराबर हुंदा सी नॉट दे, जिहड़ी कैपेसिटेंस होगी सिर्फ डाईलैक्ट अपनी विदाउट डाईलैक्ट्रिक स्लैब जिहड़ा पैरेलल प्लेट कैपेसिटर ਉਹਦੀ कैपेसिटेंस सी नॉट भरती ਆਪਾਂ ਤਾਂ ਆ ਉਵੇਂ ਰਹਿ ਗਿਆ 1 ਮਾਈਨਸ टी बाय डी प्लस टी बाय डी के। ਤਾਂ ਆ ਤੁਹਾਡੀ कैपेसिटेंस ਆ ਗਈ ਇੱਕ ਪੈरेलल प्लेट कैपेसिटर ਦੀ ਜਦੋਂ ਉਹਦੇ ਵਿੱਚ डाईलैक्ट्रिक स्लैब ਹੋਵੇ। ਠੀਕ ਆ, ਤਾਂ ਹੁਣ ਜਦੋਂ ਆਪਾਂ ਕੀ ਕਰਗੇ टी बराबर डी, टी बराबर डी कहने का भाव आ कोई खाली जगह छड्ड गई ना, एक केस आ पूरे का पूरा जी खाली जगह वो स्लैब रख दे, मतलब जिन्नी थिकनेस जिन्नी डिस्टेंस होगी उन्नी ही थिकनेस होवे स्लैब की। टी तो डी बराबर, तो जिथे इत्थे भी टी है उत्थे तो डी भर दो इस इक्वेशन दे विच। इहनूं इक्वेशन नंबर जो भी थोड़ा बनता 4th उन्होंने बना दो सी बराबर सी नॉट ओवर 1 माइनस टी बाय डी है ना, टी बाय डी देखो सी सी है 1 माइनस टी बाय डी, तो टी देगा फिर डी बाय डी प्लस टी बाय डी के, तो इतने आ गया डी बाय डी के। हम देखो डी ना डी कैंसिल आउट, इतने भी डी ना डी कैंसिल आउट, सी बाय सी नॉट 1 माइनस आ की रह गया 1 माइनस डी बाय डी 1 ही रह गया प्लस उपर 1 थले के। हुण आ 1 नाल 1 थोड़ा की आ जाऊगा कैंसिल आउट, भावें एल्सीयम लैके कर दो भावें सीधा ही कर दो। की आ गया आ के एल्सीयम वैसे चलो एल्सीयम लैके करते हैं, सी बराबर सी नॉट ओवर आ एल्सीयम लिया के आ गया एल्सीयम, तो के यदि है के 1 दी है के प्लस 1 के ना के कैंसिल आउट, आ के उपर जा वड़िया तो सी बराबर सी नॉट के जैन लिख सकते हैं के सी नॉट। ਇਹਦਾ मतलब देखो की आ भी ਜਿਹੜੀ ਆ ਸੀ ਕੀ ਆ ਇੱਥੇ ਲਿਖ ਦੇਣਾ ਮੈਂ, ਤੇ ਜਿਹੜੀ ਸੀ ਆ ਉਹ ਕੀ ਆ ਕਪੈਸਿਟੈਂਸ, ਕਿਹੜੇ ਜਦੋਂ ਡਾਈਲੈਕਟ੍ਰਿਕ ਸਲੈਬ ਰੱਖਿਆ ਆ ਸੀ ਨੋਟ ਕੀ ਆ ਜਦੋਂ ਡਾਈਲੈਕਟ੍ਰਿਕ ਸਲੈਬ ਨਹੀਂ ਰੱਖਿਆ, ਤਾਂ ਡਾਈਲੈਕਟ੍ਰਿਕ ਸਲੈਬ ਜਦੋਂ ਨਹੀਂ ਰੱਖਿਆ ਉਦੋਂ ਕਪੈਸਿਟੈਂਸ ਸੀ ਨੋਟ ਆ ਉਹਨੂੰ ਕੇ ਨਾਲ ਮਲਟੀਪਲਾਈ ਕਰਕੇ ਡਾਈਲੈਕਟ੍ਰਿਕ ਕਾਂਸਟੈਂਟ ਨਾਲ ਮਲਟੀਪਲਾਈ ਕਰਕੇ ਆਨਸਰ ਕਿੰਨਾ ਆਉਂਦਾ ਜਿੰਨਾ ਕਿ ਡਾਈਲੈਕਟ੍ਰਿਕ ਸਲੈਬ ਰੱਖ ਕੇ ਆਉਂਦਾ। ਤਾਂ ਦੇਖੋ ਹੁਣ ਕਿਹਦੀ ਜ਼ਿਆਦਾ ਉਹ ਆ कैपेसिटेंस, तो कैपेसिटेंस ज़्यादा हैगी आ डाईलैक्ट्रिक स्लैब की, तो इत्थे लिख देना भी जिहड़ी कैपेसिटेंस आ ऑफ डाईलैक्ट्रिक स्लैब कैपेसिटेंस ऑफ कैपेसिटर विद डाईलैक्ट्रिक स्लैब इनक्रीजेस, कितनी इनक्रीज होती है के टाइम्स द
capacitance of parallel plate capacitors। ठीक है बच्चों, ਤਾਂ ਆਪਾਂ ਨੂੰ ਫਾਇਦਾ ਹੋ ਗਿਆ ਡਾਈਲੈਕਟ੍ਰਿਕ ਸਲੈਬ ਰੱਖਣ ਦਾ, ਕਿਉਂਕਿ ਉਹਦੇ ਨਾਲ ਜਿਹੜੀ ਕਪੈਸਿਟੈਂਸ ਆ ਉਹ ਪਹਿਲਾਂ ਦੇ ਮੁਕਾਬਲੇ, ਪਹਿਲਾਂ ਕੀ ਸੀ ਸੀ ਨੋਟ, ਪਹਿਲਾਂ ਦੇ ਮੁਕਾਬਲੇ k ਗੁਣਾ ਵੱਧ ਗਈ, ਤਾਂ ਆਪਾਂ ਨੂੰ ਫਾਇਦਾ ਹੀ ਹੋਇਆ ਇਸ ਚੀਜ਼ ਦਾ। ਠੀਕ ਆ, ਤਾਂ ਇਹ ਟੌਪਿਕ ਸੀਗਾ। ਇਹਦੇ ਵਿੱਚ ਜੋ ਵੀ ਤੁਹਾਨੂੰ ਪ੍ਰੋਬਲਮ ਆਈ ਆ, ਜਿਵੇਂ ਜ਼ਿਆਦਾਤਰ ਪ੍ਰੋਬਲਮ ਇੱਥੇ ਆਉਂਦੀ ਹੁੰਦੀ ਹੈ ਡਾਈਲੈਕਟ੍ਰਿਕ ਕਾਂਸਟੈਂਟ ਨੂੰ ਵੀ E/E0/K ਕਿਵੇਂ ਆਇਆ, ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਗਰੁੱਪ ਦੇ ਵਿੱਚ ਮੈਸੇਜ ਕਰਕੇ ਪੁੱਛ ਲਓ।